Hello students, today we are going to start our new lecture that is based on logic in AI. See, in AI logic एक बड़ा important role play करता है क्योंकि ਆਰਟੀਫੀਸ਼ੀਅਲ ਇੰਟੈਲੀਜੈਂਸ ਸਭ ਤੋਂ ਜਿਹੜੀ ਮੇਨ ਚੀਜ਼ ਹੈ ਉਹ ਨੌਲੇਜ ਨੂੰ ਬਿਲਡ ਕਰਨ 'ਚ ਹੈ ਕਿ ਆਪਾਂ ਨੌਲੇਜ ਕਿਵੇਂ ਬਿਲਡ ਕਰਨੀ ਹੈ। ਸੋ ਨੌਲੇਜ ਬਿਲਡ ਕਰਨ ਦੇ ਬਹੁਤ ਸਾਰੇ ਸਿਸਟਮ ਜਿਹੜੇ ਹੈਗੇ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਸਤੇ ਬਣਾਏ ਗਏ ਹੈਗੇ ਆ। ਸੋ ਉਹਨਾਂ ਵਿੱਚੋਂ ਇੱਕ ਬਹੁਤ ਹੀ ਜਿਹੜਾ ਇੰਪੋਰਟੈਂਟ ਟੌਪਿਕ ਹੈ, ਇੰਪੋਰਟੈਂਟ ਯੂ ਕੈਨ ਸੇ ਕਿ ਏਰੀਆ ਹੈਗਾ ਉਹ ਲੌਜਿਕ ਹੈ। ਸੋ ਲੌਜਿਕ ਤੋਂ ਇਲਾਵਾ ਸਮੈਂਟਿਕ ਨੈਟ ਫਰੇਮ, ਕਨਸੈਪਚੁਅਲ ਡਿਪੈਂਡੈਂਸੀ, ਉਹ ਸਾਰੇ ਆਪਾਂ ਮੈਥਡਸ ਅੱਗੇ ਜਾ ਕੇ ਪੜ੍ਹਾਂਗੇ। ਸੋ ਅੱਜ ਆਪਾਂ ਲੌਜਿਕ ਦੀ ਗੱਲ ਕਰਨੀ ਹੈ। ਲੌਜਿਕ ਬੇਸਿਕਲੀ ਦੋ ਟਾਈਪਸ 'ਚ ਡਿਵਾਈਡ ਕੀਤਾ ਹੋਇਆ ਹੈ। ਪਹਿਲਾ ਹੈ ਪ੍ਰਪੋਰਸ਼ਨਲ ਲੌਜਿਕ, ਦੂਜਾ ਹੈ ਪ੍ਰੈਡੀਕੇਟ ਲੌਜਿਕ। ਸੋ ਆਪਾਂ ਸਭ ਤੋਂ ਪਹਿਲੇ ਪ੍ਰਪੋਰਸ਼ਨਲ ਲੌਜਿਕ ਦੀ ਗੱਲ ਕਰਦੇ ਹਾਂ। ਇੱਥੇ ਪ੍ਰਪੋਰਸ਼ਨਲ ਲੌਜਿਕ ਜਿਹੜਾ ਹੈਗਾ ਉਹ ਇੱਕ ਸਿੰਪਲ ਫਾਰਮ ਆਫ ਲੌਜਿਕ ਹੈ, ਯਾਨੀ ਜਿੱਥੇ ਆਪਾਂ ਸਿਰਫ ਕੰਡੀਸ਼ਨਸ ਨੂੰ ਟਰੂ ਔਰ ਫਾਲਸ ਦੇ ਵਿੱਚ ਐਨਾਲਾਈਜ਼ ਕਰਦੇ ਹੈਗੇ ਹਾਂ। ਯਾਨੀ ਜਦੋਂ ਆਪਾਂ ਕੋਈ ਵੀ ਸਿਚੁਏਸ਼ਨ, ਕੋਈ ਵੀ ਕੰਡੀਸ਼ਨ, ਕੋਈ ਵੀ ਇਹ ਜੀ ਯੂ ਕੈਨ ਸਟੇਟਮੈਂਟ ਰਿਕਾਰਡ ਕਰਨੀ ਹੈ ਜਿਹਨੂੰ ਸਿੰਪਲ ਟਰੂ ਐਂਡ ਫਾਲਸ ਦੇ ਵਿੱਚ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਯਾਨੀ ਡਿਕਲੇਰੇਟਿਵ ਸਟੇਟਮੈਂਟ। ਆਪਾਂ ਐਗਜ਼ਾਮਪਲ ਦੇਖਦੇ ਹਾਂ। ਸੋ ਐਗਜ਼ਾਮਪਲ ਦੇ ਵਿੱਚ ਯੂ ਕੈਨ ਸੀ ਕਿ ਕਿਸ ਤਰ੍ਹਾਂ ਇਹਨੂੰ ਸੋ ਮੰਨ ਲਓ ਆਪਾਂ ਕਹਿੰਦੇ ਹਾਂ ਕਿ ਇਟ ਇਜ਼ ਏ ਸੰਡੇ। ਹੁਣ ਇਹ ਸਟੇਟਮੈਂਟ ਜਾਂ ਤਾਂ ਟਰੂ ਹੋਏਗੀ ਜਾਂ ਫਾਲਸ ਹੋਏਗੀ, ਹੈ ਨਾ। ਅਗਰ ਸੰਡੇ ਤਾਂ ਆਪਾਂ ਕਹਾਂਗੇ ਟਰੂ ਹੈ, ਕਹਾਂਗੇ ਨਹੀਂ ਹੈ ਤਾਂ ਆਪਾਂ ਕਹਾਂਗੇ ਫਾਲਸ ਹੈ। ਜਾਂ ਨੈਕਸਟ ਸਟੇਟਮੈਂਟ ਦੇਖੋ, ਜੋ ਸਨ ਰਾਈਜ਼ਿਜ਼ ਫਰੋਮ ਦਾ ਵੈਸਟ। ਹੁਣ ਇਹ ਸਟੇਟਮੈਂਟ ਵੀ ਫਾਲਸ ਪ੍ਰਪੋਜੀਸ਼ਨ ਹੈ। ਇਸੇ ਤਰੀਕੇ ਅਗਰ ਆਪਾਂ ਕਹਿੰਦੇ ਹਾਂ 3 + 3 = 7 ਤਾਂ ਇਹ ਵੀ ਇੱਕ ਫਾਲਸ ਪ੍ਰਪੋਜੀਸ਼ਨ ਹੈ। ਸੋ ਇਸ ਤਰ੍ਹਾਂ ਜਿਹੜੀ ਪ੍ਰਪੋਜੀਸ਼ਨਸ ਨੂੰ ਆਪਾਂ ਟਰੂ ਔਰ ਫਾਲਸ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹਨੂੰ ਆਪਾਂ ਫਸਟ ਆਰਡਰ ਪ੍ਰੈਡੀਕੇਟ ਵਿੱਚ ਲੈਂਦੇ ਹਾਂ। ਸੋ ਪ੍ਰਪੋਰਸ਼ਨਲ ਲੌਜਿਕ ਫਸਟ ਆਰਡਰ ਪ੍ਰਪੋਰਸ਼ਨਲ ਲੌਜਿਕ ਜਿਹੜਾ ਹੈਗਾ ਉਹਦੇ ਆਪਾਂ ਸਿੰਟੈਕਸ ਦੀ ਗੱਲ ਕਰਦੇ ਹਾਂ ਬਾਅਦ ਦੇ ਵਿੱਚ। ਸੋ ਇੱਥੇ ਹੋ ਸਕਦਾ ਕਿ ਤੁਹਾਨੂੰ ਫੌਂਟਸ ਥੋੜ੍ਹਾ ਜਿਹਾ ਛੋਟਾ ਨਜ਼ਰ ਆ ਰਿਹਾ ਹੋਵੇ, ਤਾਂ ਇਹਦੇ ਨਾਲ ਮੈਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵੀ ਤੁਹਾਨੂੰ ਸੈਂਡ ਕੀਤੀ ਹੈ, ਤੁਸੀਂ ਉੱਥੋਂ ਦੇਖ ਕੇ ਸਮਝ ਸਕਦੇ ਹੋ। ਸੋ ਪ੍ਰਪੋਰਸ਼ਨਲ ਲੌਜਿਕ ਨੂੰ ਬੂਲੀਅਨ ਅਲਜੈਬਰਾ ਦੇ ਵਿੱਚ ਵੀ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਉੱਥੇ ਆਪਾਂ ਇਹਨੂੰ 0 1 'ਚ ਰਿਪਰੈਜ਼ੈਂਟ ਕਰਦੇ ਹੈਗੇ ਹਾਂ। ਸੋ ਸਿੰਪਲ ਪ੍ਰਪੋਰਸ਼ਨਲ ਲੌਜਿਕ ਦਾ ਜੋ ਰਿਪਰੈਜ਼ੈਂਟੇਸ਼ਨ ਮੈਥਡ ਹੈ ਉਹ ਹੈ ਕਿ ਕਿਸੇ ਵੀ ਐਕਸਪ੍ਰੈਸ਼ਨ, ਜਿਹੜੀ ਕੋਈ ਵੀ ਐਕਸਪ੍ਰੈਸ਼ਨ ABCD ਕੁਛ ਵੀ ਹੈ, ਉਹਨੂੰ ਆਈਦਰ ਟਰੂ ਜਾਂ ਫਾਲ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ। ਦੋਨੋਂ ਨਹੀਂ ਹੋ ਸਕਦੇ, ਮਤਲਬ ਕੋਈ ਇੱਕ ਸਟੇਟਮੈਂਟ ਹੈ ਉਹ ਜਾਂ ਤਾਂ ਟਰੂ ਹੋਏਗੀ ਜਾਂ ਫਾਲਸ ਹੋਏਗੀ। ਹੁਣ ਪ੍ਰਪੋਰਸ਼ਨਲ ਲੌਜਿਕ ਦੇ ਵਿੱਚ ਕੁਛ ਵੀ ਆਪਾਂ ਕੁਛ ਵੀ ਲੈ ਸਕਦੇ ਹਾਂ, ਕੋਈ ਆਬਜੈਕਟ ਦੇ ਬਾਰੇ, ਕੋਈ ਰਿਲੇਸ਼ਨ, ਕੋਈ ਫੰਕਸ਼ਨ ਦੇ, ਅਤੇ ਉਹਨਾਂ ਨੂੰ ਫਿਰ ਆਪਾਂ ਲੌਜੀਕਲ ਅੱਗੇ ਕਨੈਕਟਿਵਸ ਨਾਲ ਰਿਪਰੈਜ਼ੈਂਟ ਕਰ ਸਕਦੇ ਹੈਗੇ ਹਾਂ। ਸੋ ਆਪਾਂ ਅੱਗੇ ਜਾ ਕੇ ਡਿਟੇਲ 'ਚ ਪੜ੍ਹਾਂਗੇ ਸਾਰੀ ਚੀਜ਼ਾਂ ਇਹ। ਸੋ ਇੱਥੇ ਸਿੰਪਲ ਜੀ ਗੱਲ ਇਹ ਕਿ ਪ੍ਰਪੋਰਸ਼ਨਲ ਲੌਜਿਕ ਨੂੰ ਅਗਰ ਆਪਾਂ ਹੋਰ ਡਿਟੇਲ ਸਮਝਣਾ ਤਾਂ ਆਪਾਂ ਇੱਥੇ ਉਹਦੇ ਸਿੰਟੈਕਸ ਤੋਂ ਸਮਝ ਸਕਦੇ ਹਾਂ ਕਿ ਕੋਈ ਵੀ ਸੈਂਟੈਂਸ, ਕੋਈ ਵੀ ਇਕੁਏਸ਼ਨ ਜਿਹੜੀ ਨੌਲੇਜ ਰਿਪਰੈਜ਼ੈਂਟੇਸ਼ਨ ਦੇ ਵਿੱਚ ਅਲਾਓ ਹੁੰਦੀ ਹੈ ਪ੍ਰਪੋਰਸ਼ਨਲ ਲੌਜਿਕ ਦੇ ਅੰਦਰ, ਉਹ ਜਾਂ ਤਾਂ ਅਟੋਮਿਕ ਪ੍ਰਪੋਰਸ਼ਨ ਹੋਏਗੀ ਜਾਂ ਕੰਪਾਊਂਡ ਪ੍ਰਪੋਰਸ਼ਨ ਹੋਏਗੀ। ਹੁਣ ਜੇ ਆਪਾਂ ਗੱਲ ਕਰਦੇ ਹਾਂ ਅਟੋਮਿਕ ਪ੍ਰਪੋਰਸ਼ਨ ਦੀ, ਤਾਂ ਇਹ ਸਿੰਪਲੈਸਟ ਫਾਰਮ ਆਫ ਪ੍ਰਪੋਰਸ਼ਨਸ ਹੈ, ਜਿਹਦੇ ਅੰਦਰ ਆਪਾਂ ਇੱਕ ਸਿੰਗਲ ਸੈਂਟੈਂਸ ਦੀ ਗੱਲ ਕਰਦੇ ਹਾਂ। ਜੇ ਸਿੰਪਲ ਭਾਸ਼ਾ 'ਚ ਆਪਾਂ ਗੱਲ ਕਰੀਏ ਤਾਂ ਸਿੰਗਲ ਸੈਂਟੈਂਸ ਜਿਹੜਾ ਹੈਗਾ ਉਹ ਜਾਂ ਤਾਂ ਟਰੂ ਹੋਏਗਾ ਜਾਂ ਫਾਲਸ ਹੋਏਗਾ। ਜਿਵੇਂ ਆਪਾਂ 2 + 2 = 4 ਕਹਿੰਦੇ ਹਾਂ। ਸੋ ਇਹ ਅਟੋਮਿਕ ਪ੍ਰਪੋਰਸ਼ਨ ਹੈ। ਸਨ ਇਜ਼ ਅ ਕੋਲਡ, ਹੁਣ ਇਹ ਵੀ ਇੱਕ ਸਿੰਗਲ ਦੀ ਗੱਲ ਹੋ ਰਹੀ ਹੈ, ਇੱਕ ਸਿੰਗਲ ਇਕੁਏਸ਼ਨ ਦੀ ਗੱਲ ਹੋ ਰਹੀ ਹੈ। ਜਦੋਂ ਆਪਾਂ ਕੰਪਾਊਂਡ ਦੀ ਗੱਲ ਕਰਦੇ ਹਾਂ ਤਾਂ ਉੱਥੇ ਦੋ ਸਟੇਟਮੈਂਟਸ ਨੂੰ ਜੋੜ ਕੇ ਕੰਪਾਊਂਡ ਪ੍ਰਪੋਜੀਸ਼ਨ ਬਣਾਈ ਜਾਂਦੀ ਹੈ। ਜਿਵੇਂ ਇਟ ਇਜ਼ ਰੇਨਿੰਗ ਟੂਡੇ ਐਂਡ ਸਟਰੀਟ ਇਜ਼ ਅ ਵੈਟ। ਅੰਕਿਤ ਇਜ਼ ਅ ਡਾਕਟਰ ਐਂਡ ਹਿਜ਼ ਕਲੀਨਿਕ ਇਜ਼ ਇਨ ਮੁੰਬਈ। ਹੁਣ ਇੱਥੇ ਦੋ ਸਟੇਟਮੈਂਟ ਨੂੰ ਜੋੜਿਆ ਗਿਆ ਆਪਸ ਵਿੱਚ, ਤਾਂ ਇਹਨਾਂ ਨੂੰ ਲੌਜੀਕਲ ਕਨੈਕਟਰਸ ਯੂਜ਼ ਕਰਕੇ ਆਪਾਂ ਜੋੜਿਆ। ਸੋ ਲੌਜੀਕਲ ਕਨੈਕਟੀਵਿਟੀਜ਼ ਕੀ ਹੁੰਦੀਆਂ? ਲੌਜੀਕਲ ਕਨੈਕਟਿਵਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਦੋ ਅਟੋਮਿਕ ਪ੍ਰਪੋਜੀਸ਼ਨ ਨੂੰ ਕੰਪਾਊਂਡ 'ਚ ਬਣਾਉਣ ਵਾਸਤੇ। ਸੋ ਯਾਨੀ ਸਿੰਪਲ ਜਿੱਦਾਂ ਆਪਾਂ ਬੂਲੀਅਨ ਅਲਜੈਬਰਾ ਯੂਜ਼ ਕੀਤੇ ਹੈ, ਸੇਮ ਉਸੇ ਤਰ੍ਹਾਂ ਐਂਡ ਔਰ ਨਾਟ ਯੂਜ਼ ਇੱਥੇ ਕਰਦੇ ਹੈਗੇ ਆ। ਸੋ ਇੱਥੇ ਨਾਟ ਨੂੰ ਨੈਗੋਸੀਏਸ਼ਨ ਕਹਿੰਦੇ ਹੈਗੇ ਆ। ਸੈਂਟੈਂਸ
ਜਿਹੜਾ ਨੈਗੋਸੀਏਸ਼ਨ ਹੈ ਮਤਲਬ ਜਿਹੜਾ ਨਾਟ ਹੈਗਾ ਉਹਨੂੰ ਆਪਾਂ ਇਸ ਤਰ੍ਹਾਂ ਇਸ ਸਿੰਬਲ ਦੇ ਨਾਲ ਤੁਸੀਂ ਦੇਖ ਰਹੇ ਹੋ, ਇਸ ਸਿੰਬਲ ਦੇ ਨਾਲ ਆਪਾਂ ਰਿਪਰੈਜ਼ੈਂਟ ਕਰ ਸਕਦੇ ਹੈਗੇ। ਸੋ ਇਹ ਜਿਹੜਾ ਆਪਾਂ ਨੈਗੋਸੀਏਟ ਦੇਖ ਰਹੇ ਹਾਂ। ਫਿਰ ਹੈ ਕੰਜੰਕਸ਼ਨ। ਕੰਜੰਕਸ਼ਨ ਦੇ ਅੰਦਰ ਇਹ ਸੈਂਟੈਂਸ ਵਿਚ ਹੈਜ਼ ਏ and or not is called conjunctions. So Rohan is intelligent and hard working, ਉਹਨੂੰ ਆਪਾਂ ਕੰਜੰਕਸ਼ਨ ਯੂਜ਼ ਕਰਕੇ ਐਂਡ ਯੂਜ਼ ਕਰਕੇ ਆਪਾਂ ਦੋ ਨੂੰ ਆਪਾਂ ਜੋੜ ਸਕਦੇ ਹੈਗੇ। ਇਸੇ ਤਰ੍ਹਾਂ ਡਿਸਕੰਜੰਕਸ਼ਨ ਔਰ ਹੈ ਨਾ, ਜਿੱਥੇ ਆਪਾਂ ਔਰ ਯੂਜ਼ ਕਰਕੇ ਉਹਨੂੰ ਆਪਾਂ ਡਿਸਕੰਜੰਕਸ਼ਨ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਜਿਵੇਂ ਰਿਤਿਕਾ ਇਜ਼ ਅ ਡਾਕਟਰ ਔਰ ਇੰਜੀਨੀਅਰ। ਸੋ ਜਿਹੜੀ ਰਿਤਿਕਾ ਇਜ਼ ਅ ਡਾਕਟਰ ਉਹ ਪੀ ਇਕੁਏਸ਼ਨ ਹੈ ਔਰ ਉਹ ਦੂਜੀ ਕਿਊ ਇਕੁਏਸ਼ਨ ਹੈ। ਸੋ ਇੱਥੇ ਰਿਤਿਕਾ ਇਜ਼ ਅ ਡਾਕਟਰ ਪੀ ਨਾਲ ਰਿਪਰੈਜ਼ੈਂਟ ਕੀਤਾ ਗਿਆ, ਰਿਤਿਕਾ ਇਜ਼ ਅ ਡਾਕਟਰ ਐਂਡ ਔਰ ਰਿਤਿਕਾ ਇਜ਼ ਇੰਜੀਨੀਅਰ। ਸੋ ਇਹਨੂੰ ਕਿਉਂ ਨਾਲ ਰਿਪਰੈਜ਼ੈਂਟ ਕੀਤਾ ਗਿਆ। ਫਿਰ ਅਗਲੀ ਗੱਲ ਆਉਂਦੀ ਹੈ ਇੰਪਲੀਕੇਸ਼ਨ ਦੀ। ਜਦੋਂ ਇੰਪਲੀਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਕੁਛ ਆਪਾਂ ਕਹਿ ਸਕਦੇ ਹਾਂ ਕਿ ਇਸ ਇਫ ਦੈਨ ਵਾਲਾ ਜਿਹੜਾ ਰੂਲ ਆਪਾਂ ਲੌਜੀਕਲੀ ਯੂਜ਼ ਕਰਦੇ ਹਾਂ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਇੱਥੇ ਪੀ ਐਰੋ ਦਾ ਸਿੰਬਲ ਯੂਜ਼ ਕਰਕੇ ਕਿਉਂ ਨਾਲ ਯੂਜ਼ ਕਰਦੇ ਹਾਂ ਇੱਥੇ। ਤਾਂ ਜਿਵੇਂ ਆਪਾਂ ਸਿੰਪਲ ਐਗਜ਼ਾਮਪਲ ਲੈ ਸਕਦੇ ਹਾਂ, ਇਟ ਇਜ਼ ਅ ਰੇਨਿੰਗ ਦੈਨ ਦਾ ਸਟਰੀਟ ਇਜ਼ ਵੈਟ। ਹੁਣ ਜਦੋਂ ਬਾਰਿਸ਼ ਹੋਏਗੀ ਤਾਂ ਹੀ ਸਟਰੀਟ ਨੇ ਗਿੱਲਾ ਹੋਣਾ, ਅਗਰ ਬਾਰਿਸ਼ ਨਹੀਂ ਹੈ ਤਾਂ ਉਹ ਸੁੱਕੀ ਹੈ। ਸੋ ਇਹਨੂੰ ਰਿਪਰੈਜ਼ੈਂਟ ਕਰਨ ਲਈ ਆਪਾਂ ਕਰ ਸਕਦੇ ਹਾਂ ਕਿ ਇਟ ਇਜ਼ ਅ ਰੇਨਿੰਗ ਇੱਕ ਪੀ ਸਟੇਟਮੈਂਟ ਹੈ, ਸਟਰੀਟ ਇਜ਼ ਅ ਵੈਟ ਹੈ, ਕਿਉਂ ਸਟੇਟਮੈਂਟ ਹੈ। ਤਾਂ ਉਹਨੂੰ ਇਸ ਤਰ੍ਹਾਂ ਆਪਾਂ ਪੀ ਦੈਨ ਇਫ ਕਿਉਂ ਦੇ ਨਾਲ ਇਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹੈਗੇ। ਸੋ ਇਹਨੂੰ ਇੰਪਲੀਕੇਸ਼ਨ ਕਹਿੰਦੇ ਹੈਗੇ। ਇਸੇ ਤਰ੍ਹਾਂ ਬਾਈ ਡਾਇਰੈਕਸ਼ਨਲ ਹੁੰਦਾ ਜਦੋਂ ਦੋਨੋਂ ਇੱਕ ਦੂਜੇ 'ਤੇ ਡਿਪੈਂਡੈਂਟ ਹੋਣ, ਦੋ ਇਕੁਏਸ਼ਨ ਬਾਈ ਡਾਇਰੈਕਸ਼ਨਲ ਜਾਂ ਵੀ ਕੈਨ ਸੇ ਕਿ ਬੋਥ ਆਰ ਇੰਟਰਡਿਪੈਂਡ ਅਪੋਨ ਈਚ ਅਦਰ। So sentence such as PQ is bidirectional sentence. I am breathing, I am alive. It can be representative as a this way. So ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਲੌਜੀਕਲ ਜਿਹੜੇ ਆਪਾਂ ਪ੍ਰਪੋਰਸ਼ਨਲ ਲੌਜਿਕ ਵਿੱਚ ਯੂਜ਼ ਕਰਦੇ ਹੈਗੇ ਆ। ਹੁਣ ਇੱਕ ਟੇਬਲ ਦੀ ਹੈਲਪ ਦੇ ਨਾਲ ਤੁਹਾਨੂੰ ਸਮਝਾਇਆ ਗਿਆ ਹੈ ਕਿ ਕਿਹੜੇ ਕਿਹੜੇ ਕਨੈਕਟਿਵ ਸਿੰਬਲਸ ਕੀ ਰਿਪਰੈਜ਼ੈਂਟ ਕਰਦੇ ਆ। ਤਾਂ ਸੋ ਇਹ ਐਂਡ ਹੈ, ਔਰ ਹੈ, ਇੰਪਲੀਫਾਈ ਕਰਨ ਵਾਸਤੇ, ਦੈਨ ਇਫ ਐਂਡ ਓਨਲੀ ਇਫ, ਅਤੇ ਨਾਟ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਸੋ ਉਹਨਾਂ ਦਾ ਯੂਜ਼ ਕਰਨਾ ਜਿਵੇਂ ਏ ਔਰ ਬੀ, ਇਹਨੂੰ ਕੰਜੰਕਸ਼ਨ, ਡਿਸਕੰਜੰਕਸ਼ਨ, ਇੰਪਲੀਕੇਸ਼ਨ, ਬਾਈ ਡਾਇਰੈਕਸ਼ਨਲ ਅਤੇ ਨੈਗੋਸੀਏਸ਼ਨ ਸਿੰਬਲ ਜਿਹੜੇ ਆਪਾਂ ਹੁਣੇ ਪਿੱਛੇ ਐਗਜ਼ਾਮਪਲ ਦੇਖੇ ਉਹਨੂੰ ਇਸ ਤਰ੍ਹਾਂ ਇੱਥੇ ਰਿਪਰੈਜ਼ੈਂਟ ਕਰ ਸਕਦੇ ਹੈਗੇ। ਸੋ ਆਪਾਂ ਨੂੰ ਹੁਣ ਟਰੂਥ ਟੇਬਲ ਦੀ ਮਦਦ ਨਾਲ ਦੇਖਾਂਗੇ ਕਿ ਕਿਸ ਤਰ੍ਹਾਂ ਪੋਸੀਬਲ ਕੰਬੀਨੇਸ਼ਨਸ ਆਪਾਂ ਇਹਦੇ 'ਚ ਆਪਾਂ ਯੂਜ਼ ਕਰਦੇ ਹੈਗੇ ਆ ਟੈਬੂਲਰ ਫਾਰਮ ਦੇ ਅੰਦਰ। ਸੋ ਇਹਦੇ 'ਚ ਬੇਸਿਕਲੀ ਕੀ ਹੈ ਕਿ ਜਿਵੇਂ ਅਗਰ ਕੋਈ ਸਿਚੁਏਸ਼ਨ ਟਰੂ ਹੈਗੀ ਹੈ ਤਾਂ ਉਹਦਾ ਨੈਗੋਸੀਏਸ਼ਨ ਫਾਲਸ ਹੋਏਗਾ, ਅਗਰ ਕੋਈ ਇਕੁਏਸ਼ਨ ਫਾਲਸ ਹੈ ਤਾਂ ਉਹਦਾ ਨੈਗੋਸੀਏਸ਼ਨ ਟਰੂ ਹੋਏਗਾ, ਹੈ ਨਾ। ਸੋ ਇਹ ਜਿਹੜਾ ਮਤਲਬ ਆਪੋਜ਼ਿਟ ਹੈ। ਅਗਰ ਕੰਜੰਕਸ਼ਨ ਹੈ ਤਾਂ ਅਗਰ ਦੋਨੋਂ ਅਗਰ ਆਪਾਂ ਐਂਡ ਯੂਜ਼ ਕਰ ਰਹੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਅਗਰ ਆਪਾਂ